ਸੋ ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਇੱਕ ਨਵੇਂ ਵਲੌਗ ਦੇ ਉੱਪਰ। ਸੋ ਅੱਜ ਦਾ ਜਿਹੜਾ ਆਪਣਾ ਡੇ ਹੈਗਾ ਉਹ ਹੈਗਾ ਤਰੀਕ ਹੈਗੀ ਹੈ 6 ਤਰੀਕ। ਪਹਿਲਾਂ ਤਾਂ ਸਾਰਿਆਂ ਨੂੰ ਹਨੂੰਮਾਨ ਜਯੰਤੀ ਦੀਆਂ ਬਹੁਤ ਸਾਰੀਆਂ ਵਧਾਈਆਂ। ਠੀਕ ਹੈ, ਅੱਜ ਹਨੂੰਮਾਨ ਜੀ ਦਾ ਬਰਥਡੇ ਹੈਗਾ। ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਹੈਪੀ ਬਰਥਡੇ ਜ਼ਰੂਰ ਲਿਖਿਓ, ਤੁਹਾਡੀ ਮੁਰਾਦ ਜ਼ਰੂਰ ਪੂਰੀ ਹੋਊਗੀ। ਅਤੇ ਅੱਜ ਹੈਗੀ 6 ਤਰੀਕ, ਅਸੀਂ ਗਏ ਆਪਣੇ ਕਾਲਜ ਦੇ ਵਿੱਚ। ਸੋ ਜਿਹੜੇ ਅੱਜ ਨਵੇਂ ਇਵੈਂਟ ਹੋ ਰਹੇ ਨੇ, ਠੀਕ ਹੈ, ਪਿੱਛੇ ਤੁਸੀਂ ਸਾਰੇ ਵਲੌਗ ਦੇਖੇ ਹੈ। ਜਿਨ੍ਹਾਂ ਨੇ ਨਹੀਂ ਦੇਖੇ ਪਿਛਲਾ ਵਲੌਗ ਤੋਂ ਉਸ ਤੋਂ ਪਿਛਲਾ ਵਲੌਗ ਇੱਥੇ ਆਈ ਬਟਨ ਆਊਗਾ, ਜ਼ਰੂਰ ਜਾ ਕੇ ਉਹਨੂੰ ਦੇਖ ਲਿਓ। ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਲਾਈਕ ਕਰਨਾ ਹੈ, ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਹੈ। ਅੱਜ ਜਿਹੜਾ ਇਵੈਂਟ ਹੋ ਰਿਹਾ ਉਹਦੇ ਬਾਰੇ ਸਾਨੂੰ ਦੱਸਣਗੇ ਸਾਡੇ ਤੁਸ਼ਾਰ ਮਹਿੰਗੀ ਜੀ। ਹੈਲੋ ਗਾਇਜ਼, ਵੈਲਕਮ ਟੂ ਦ ਦਿਵਾਂਕਰ ਮਿੱਤੂ ਵਲੌਗਸ। ਆ ਗਏ ਅਸੀਂ ਆਪਣੇ ਇੱਕ ਨਵੇਂ ਵਲੌਗ ਦੇ ਨਾਲ। ਸੋ ਮੈਂ ਜਿਵੇਂ ਕਿ ਪਿਛਲੇ ਵਲੌਗ 'ਚ ਕਿਹਾ ਸੀਗਾ ਕਿ ਨਵੇਂ ਪ੍ਰਿੰਸੀਪਲ ਸਾਡੇ ਜਿਹੜੇ ਆਏ ਨੇ ਉਹਨਾਂ ਦੇ ਆਉਣ ਨਾਲ ਲਾਈਕ ਇਵੈਂਟ ਤੋਂ ਇਵੈਂਟ ਹੋ ਰਹੇ ਨੇ। ਬਹੁਤ ਮਜ਼ਾ ਆ ਰਿਹਾ, ਫੁੱਲ ਇੰਜੋਇਮੈਂਟ ਹੋ ਰਹੀ ਹੈ। ਸੋ ਅੱਜ ਦਾ ਜਿਹੜਾ ਇਵੈਂਟ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੇਤਰਤਵ ਤੋਂ ਗਵਰਨਮੈਂਟ ਆਫ ਇੰਡੀਆ ਦੁਆਰਾ ਕਮਲਾ ਲੋਟੀਆ ਸਨਾਤਨ ਧਰਮ ਕਾਲਜ ਯਾਨੀ ਕਿ ਸਾਡੇ ਕਾਲਜ ਦੇ ਵਿੱਚ ਕਰਵਾਇਆ ਜਾ ਰਿਹਾ, ਜਿਸ ਦਾ ਨਾਮ ਹੈ ਇੰਟਰਲੋਡੀਆ। ਮਤਲਬ ਕਿ ਇੰਟਰਲੋਡੀਆ ਕਿ ਜਿਵੇਂ ਕਿ ਕੋਈ ਨਵੇਂ ਆਈਡੀਆਜ਼ ਨੂੰ ਇਨਵੈਂਟ ਕਰਨਾ ਹੈ, ਜੋ ਕਿ ਇਹ ਜਿਹੜਾ ਇਵੈਂਟ ਹੈ ਫਸਟ ਟਾਈਮ ਲਾਈਫ ਦੇ ਵਿੱਚ ਹੋ ਰਿਹਾ, ਜੋ ਕਿ ਸਾਡੇ ਕਾਲਜ ਦੇ ਵਿੱਚ ਹੀ ਸਟਾਰਟ ਕੀਤਾ ਜਾ ਰਿਹਾ। ਹਾਲੇ ਕਿਸੇ ਵੀ ਕਾਲਜ ਨੇ ਹਾਲੇ ਜਸਟ ਇਹ ਨਿਊਜ਼ ਨਿਕਲੀ ਸੀਗੀ, ਸੋ ਸਾਡੇ ਪ੍ਰਿੰਸੀਪਲ ਨੇ ਐਗਰੀ ਕਰਤਾ ਕਿ ਇਹ ਕਰਵਾਉਂਦੇ ਆ। ਸੋ ਦੈਟ ਬਹੁਤ ਹੀ ਥੈਂਕਫੁਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਦੇ ਵੀ ਕਿ ਉਹ ਜੋ ਇੰਨੇ ਵਧੀਆ ਇਵੈਂਟਸ ਕਰਵਾ ਰਹੇ ਨੇ। ਸੋ ਸਾਰੇ ਤੁਹਾਨੂੰ ਬੱਚਿਆਂ ਦੇ ਆਈਡੀਆਜ਼ ਦਿਖਾਵਾਂਗੇ, ਕੀ ਲੈ ਕੇ ਆਏ ਬੱਚੇ, ਮਤਲਬ ਆਪਣੇ ਪ੍ਰੋਜੈਕਟਸ ਵਗੈਰਾ ਲੈ ਕੇ ਆਏ ਬੱਚੇ, ਮੈਂ ਦੇਖ ਰਿਹਾ। ਸੋ ਬੱਚਿਆਂ ਦੇ ਪ੍ਰੋਜੈਕਟਸ ਦਿਖਾਵਾਂਗੇ। ਬਣੇ ਰਹੋ ਵੀਡੀਓ ਦੇ ਨਾਲ, ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆ ਜਾਓ ਫਿਰ। ਹੈਲੋ ਗਾਇਜ਼, ਤੁਸੀਂ ਸਾਰੇ ਪਿੱਛੇ ਸਿਨੇਮੈਟਿਕਸ ਵਗੈਰਾ ਸਾਰੇ ਦੇਖਦੇ ਹੋਣੇ ਨੇ ਕਿ ਕਿਵੇਂ ਆਪਣਾ ਕਾਲਜ ਹੈ, ਬਹੁਤ ਵਧੀਆ ਕਾਲਜ ਹੈ। ਸੋ ਮੈਂ ਹੁਣ ਜਿੱਥੇ ਆਪਣੇ ਸਟੇਟ ਕਾਲਜ ਦੇ ਜਿਹੜੇ ਸੈਮੀਨਾਰ ਹਾਲ ਦੀ ਸਟੇਜ ਤੇ ਖੜਾ। ਸੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਦਾ ਜਿਹੜਾ ਇਵੈਂਟ ਹੈ ਇੰਟਰਲੋਡੀਆ, ਉਹਦਾ ਇਵੈਂਟ ਦਾ ਪ੍ਰੋਜੈਕਟਰ ਨਾਲ ਵੀ ਰਿਪਰੈਜ਼ੈਂਟ ਕੀਤਾ ਹੈ, ਦੈਨ ਬੈਨਰ ਵੀ ਲੱਗੇ ਹੋਏ ਹੈ। ਸੋ ਜਿਹੜਾ ਕਿ ਮੈਂ ਦੇਖ ਪਾ ਰਿਹਾ ਡਿਸਟ੍ਰਿਕਟ ਲੈਵਲ ਤੇ ਇਨੋਵੇਟਿਵ ਹੋ ਰਿਹਾ, ਸੋ ਦੈਟ ਬਹੁਤ ਵਧੀਆ। ਬਾਕੀ ਤੁਸੀਂ ਸਾਰੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਬੱਚੇ ਆਪਣੇ ਜਿਹੜਾ ਕਿ ਪ੍ਰੋਜੈਕਟਸ ਲੈ ਕੇ ਆਏ ਹੋਏ ਨੇ। ਨੀਚੇ ਮੈਂ ਕਾਫੀ ਬੱਚਿਆਂ ਦੇਖ ਰਹੇ, ਕਾਫੀ ਕਾਲਜਸ ਤੋਂ ਬੱਚੇ ਆਏ ਹੋਏ ਨੇ। ਸੋ ਸਾਰੇ ਤੁਹਾਨੂੰ ਸਿਨੇਮੈਟਿਕਸ ਦਿਖਾਵਾਂਗੇ, ਪ੍ਰੋਜੈਕਟਸ ਦਿਖਾਵਾਂਗੇ ਬੱਚਿਆਂ ਦੀ। ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨਾਲ ਵੀ ਗੱਲਬਾਤ ਕਰੀਏ ਕਿ ਉਹਨਾਂ ਨੇ ਇਹ ਪ੍ਰੋਜੈਕਟ ਕਿਉਂ ਬਣਾਏ, ਕਿਸ ਰੀਜ਼ਨ ਤੇ, ਕਿ ਅੱਗੇ ਉਹਨਾਂ ਨੂੰ ਕੀ ਬੈਨੀਫਿਟ ਮਿਲ ਸਕਦਾ ਹੈ। ਸੋ ਬਣੇ ਰਹੋ ਵੀਡੀਓ ਦੇ ਨਾਲ, ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆ ਜਾਓ। ਸੋ ਹੈਲੋ ਗਾਇਜ਼, ਤੁਸੀਂ ਪਿੱਛੇ ਸਾਰੇ ਸਿਨੇਮੈਟਿਕਸ ਦੇਖੇ ਹੋਣੇ ਕਿ ਕਿਵੇਂ ਕਿਤੇ ਬੱਚੇ ਆਪਣੇ ਪ੍ਰੋਜੈਕਟਸ ਲੈ ਕੇ ਆਏ ਹੋਏ ਨੇ। ਸੋ ਗੱਲਬਾਤ ਕਰਦੇ ਹਾਂ ਜੀ ਬੱਚਿਆਂ ਨਾਲ। So, good morning. Good morning. So, what's your good name? My name is Gautam Kashyap. Gautam Kashyap. Arman Sidana. So, Gautam, ਅੱਜ ਤੁਹਾਡਾ ਇੱਥੇ ਆਉਣ ਦਾ ਮੋਟਿਵ ਕੀ ਹੈ? ਅਸੀਂ ਆਪਣੇ ਜਿਹੜਾ ਬਿਜ਼ਨਸ ਆਈਡੀਆ ਹੈ ਉਹਦਾ ਮਤਲਬ ਕਲਾਇੰਟ ਬੇਸ ਵੱਡਾ ਕਰਨਾ ਚਾਹੁੰਦੇ ਹਾਂ ਜੀ, ਕਿ ਸਾਡਾ ਵਧੀਆ ਤਰ੍ਹਾਂ ਇੱਕ ਬਣ ਜਾਵੇ, ਕੀ ਕਹਿੰਦੇ ਬ੍ਰਾਂਡ ਨੇਮ ਬਣ ਜਾਵੇ। ਓਕੇ, ਸੋ ਠੀਕ ਹੈ ਕਿ ਸਟੂਡੈਂਟਸ ਕਹਿੰਦੇ ਕਿ ਆਪਣਾ ਇੱਕ ਬ੍ਰਾਂਡ ਨੇਮ ਅੱਜ ਜੋ ਵੀ ਆਈਡੀਆਜ਼ ਲੈ ਕੇ ਆਏ ਹੈ ਤੁਹਾਨੂੰ ਦਿਖਾਵਾਂਗੇ। ਹਾਲੇ ਜਸਟ ਆਈਡੀਆਜ਼ ਜੋ ਵੀ ਲੈ ਕੇ ਆਇਆ, ਆਈ ਅਪਰੀਸ਼ੀਏਟ ਟੂ ਆਲ ਸਟੂਡੈਂਟਸ ਕਿ ਜੋ ਵੀ ਜਿਹੜਾ ਵੀ ਬ੍ਰਾਂਡ ਵਗੈਰਾ ਜੋ ਵੀ ਹੈ ਦਿਖਾਣਾ ਚਾਹੁੰਦੇ, ਸਾਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ, ਸਾਰੀ ਤੁਹਾਨੂੰ ਵੀਡੀਓਜ਼ ਦੇ ਵਿੱਚ ਦਿਖਾਊਂਗਾ। ਸੋ ਬ੍ਰਦਰ, ਮੈਂ ਇੱਕ ਹੋਰ ਗੱਲ ਪੁੱਛਣਾ ਚਾਹੂੰਗਾ ਕਿ ਤੁਹਾਡਾ ਜੋ ਆਈਡੀਆ ਹੈ, ਤੁਸੀਂ ਉਹਨੂੰ ਜਿਵੇਂ ਕਹਿੰਦੇ ਹੋ ਕਿ ਅਸੀਂ ਇੱਕ ਬ੍ਰਾਂਡ ਨੇਮ ਬਣਾਉਣਾ ਚਾਹੁੰਦੇ ਹਾਂ, ਸੋ ਤੁਹਾਨੂੰ ਆਈਡੀਆ ਕਿੱਦਾਂ ਆਇਆ ਕਿ ਨਹੀਂ ਅਸੀਂ ਇਹ ਚੀਜ਼ ਕਰੀਏ?
ਇੱਕ ਹਲਕਾ ਜਿਹਾ ਫਰਕ ਹੈ ਜਿਹੜੇ ਬੰਦੇ ਇੱਥੇ ਆਏ ਤੇ ਸਾਡੇ 'ਚ ਉਹ ਇੱਕ ਆਈਡੀਆ ਪ੍ਰੈਜ਼ੈਂਟ ਕਰਨ ਆਇਆ ਹੈ। ਅਸੀਂ ਆਲਰੇਡੀ ਆਈਡੀਆ ਚਲਾ ਰਹੇ ਹਾਂ ਜਿਹਦੀ ਨੈਟ ਸੇਲਸ 3.2 ਮਿਲੀਅਨ ਤੇ ਮੈਂ ਇੰਡੀਆ ਦਾ ਇੰਡੀਆ ਸਟਾਰਟ ਕਰ ਰਿਹਾ ਮੇਰਾ ਵਰਲਡ ਰਿਕਾਰਡ ਹੈ ਮੇਰੀ ਆਪਦੀ ਕੰਪਨੀ ਹੈ ਦੈਟਸ ਗ੍ਰੇਟ ਜੋ ਕਿ ਇੱਕ ਮਲਟੀ ਮਿਲੀਅਨਰ ਕੰਪਨੀ ਹੈ ਵਿਦਿਨ 1 year। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਸੋ ਗਿਨੀਜ਼ ਵਰਲਡ ਆਫ ਬੁੱਕ ਰਿਕਾਰਡ ਦੇ ਵਿੱਚ ਵੀ ਤੁਹਾਡਾ ਨਾਮ ਹੈ। ਬਹੁਤ ਹੀ ਵਧੀਆ। ਸੋ ਸਾਨੂੰ ਵੀ ਇੱਕ ਨਵੇਂ ਬੰਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਹਦਾ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਨਾਮ ਹੈ। ਸੋ ਥੈਂਕ ਯੂ ਬ੍ਰਦਰ। ਸੋ ਮੈਂ ਇੱਕ ਚੀਜ਼ ਪੁੱਛਣਾ ਭੁੱਲ ਗਿਆ, ਵਾਟਸ ਯਰ ਕਾਲਜ ਨੇਮ? ਆਰਿਆ ਕਾਲਜ। ਸੋ ਆਰੇ ਕਾਲਜ ਦੇ ਸਟੂਡੈਂਟਸ ਹੈ, ਬਹੁਤ ਹੀ ਵਧੀਆ। ਮੈਂ ਕਾਲਜ ਦੇ ਜਿਹੜੇ ਪ੍ਰਿੰਸੀਪਲਸ ਹੈ, ਮੈਨੇਜਮੈਂਟ ਆਰੇ ਕਾਲਜ ਦੇ, ਉਹਨਾਂ ਨੂੰ ਵੀ ਬਹੁਤ ਥੈਂਕਫੁਲ ਕਰਨਾ ਚਾਹੂੰਗਾ ਕਿ ਜੋ ਇੰਨੇ ਵਧੀਆ ਸਟੂਡੈਂਟਸ ਜਿਹਦਾ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਨਾਮ ਹੈ, ਉਹਨਾਂ ਸਟੂਡੈਂਟਸ ਨੂੰ ਸਾਡੇ ਕਾਲਜ ਦੇ ਵਿੱਚ ਭੇਜਿਆ। ਸੋ ਥੈਂਕ ਯੂ ਸੋ ਮਚ ਗਾਇਜ਼, ਵੈਲਕਮ ਟੂ ਆਵਰ ਕਾਲਜ। ਥੈਂਕ ਯੂ। सो गलबात करते हैं जी कुछ और स्टूडेंट्स हैं। सो गुड मॉर्निंग गाइस। सो व्हाट्स योर नेम फर्स्ट ऑफ ऑल? Ravita, Cheshna, Beena. ओके सो स्टूडेंट्स साना पहला था वेलकम टू अवर कॉलेज कमनलोकिया सनातन। सो दैट फर्स्ट ऑफ ऑल ਤਾਂ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡਾ ਇਸ ਕਾਲਜ ਦੇ ਵਿੱਚ ਅੱਜ ਦਾ ਜਿਹੜਾ ਇਵੈਂਟ ਹੋ ਰਿਹਾ ਇੰਟਰਲੋਡੀਆ, ਅੱਜ ਦਾ ਮੋਟਿਵ ਕੀ ਹੈ? इसका मोटिव यही है कि मतलब अपनी सोसाइटी के लिए नए नए आइडियाज़ दें कि मतलब जो भी प्रॉब्लम्स हमारी सोसाइटी में अराइज हो रही हैं हम अपने लेवल पर उसके लिए क्या कर सकते हैं उस सब के बारे में आइडिया दे और उस पर फिर हम इम्प्लीमेंट भी करें ताकि हमारी सोसाइटी में सुधार हो सके पहले से। ਸੋ ਮੇਨ ਮੋਟਿਵ ਇਹਨਾਂ ਦਾ ਜਿਹੜਾ ਕਿ ਸੋਸਾਇਟੀ ਦਾ ਸੁਧਾਰ ਕੀਤਾ ਜਾਵੇ, ਉਹਨੂੰ ਅੱਗੇ ਲੈ ਕੇ ਜਾਵਾਂਗੇ। ਸੋ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਕਿ ਜੇ ਇਹਨਾਂ ਦਾ ਆਈਡੀਆ ਤੁਹਾਡੇ ਕੋਲ ਅੱਗੇ ਆਂਦਾ ਹੈ ਸੋ ਜ਼ਰੂਰ ਇਹਨਾਂ ਦਾ ਥੋੜਾ ਸਾਥ ਦੇ ਦੇਵੇ। ਸੋ ਸਾਡਾ ਕਾਲਜ ਕਿੱਦਾਂ ਲੱਗਾ ਫਸਟ ਆਫ ਆਲ? ਇਵੈਂਟ ਹੋ ਰਿਹਾ ਇੱਥੇ ਲਾਈਕ ਵਧੀਆ ਕਾਲਜ। ਸੋ ਥੈਂਕ ਯੂ ਸੋ ਮਚ। ਸੋ ਗੱਲਬਾਤ ਕਰਦੇ ਹਾਂ ਜੀ ਸਾਡੇ ਸੀਨੀਅਰ ਸਰ ਨਾਲ, ਮਿਸਟਰ ਸੰਦੀਪ ਚਾਨਣ ਸਰ ਨਾਲ। ਸੋ ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਸੋ ਸਰ ਅੱਜ ਦਾ ਜਿਹੜਾ ਸਾਡਾ ਇਹ ਇਵੈਂਟ ਹੋ ਰਿਹਾ ਕਾਲਜ ਦੇ ਵਿੱਚ ਇੰਟਰਲੋਡੀਆ, ਸੋ ਇਸ ਦਾ ਸਰ ਕਰਾਉਣ ਦਾ ਮੋਟਿਵ ਕੀ ਹੈ? ਇਹ ਪਹਿਲਾਂ ਤਾਂ ਮੈਂ ਤੁਹਾਨੂੰ ਥੈਂਕਸ ਕਰਦਾ ਕਿ ਤੁਸੀਂ ਕਾਲਜ ਲਈ ਇੰਨੀ ਐਫਰਟ ਕਰ ਰਹੇ ਹੋ। ਥੈਂਕ ਯੂ ਸੋ ਮਚ। ਇਹ ਬੇਟੇ ਸਾਡਾ ਸੈਂਟਰਲ ਗਵਰਨਮੈਂਟ ਦਾ ਇੱਕ ਆਈਡੀਆ ਸੀਗਾ ਜਿੱਦਾਂ ਤੁਸੀਂ ਸੁਣਿਆ ਹੋਣਾ ਮੇਕ ਇਨ ਇੰਡੀਆ ਪਲਾਨ ਹੈ। ਉਹਦੇ ਅੰਡਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਸਕੀਮ ਦਿੱਤੀ ਸੀਗੀ ਅਲੱਗ-ਅਲੱਗ ਯੂਨੀਵਰਸਿਟੀਜ਼ ਨੂੰ ਤੇ ਲੈਟਰ ਵੀ ਆਈ ਸੀ ਰਾਈਟਿੰਗ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਆਈਡੀਆ ਕਰੋ। ਕੁਝ ਛੁਪਿਆ ਹੋਇਆ ਟੈਲੈਂਟ ਜਿੱਦਾਂ ਹੈ ਬੱਚਿਆਂ ਵਿੱਚ ਹੁੰਦਾ ਤੇ ਉਹਨੂੰ ਬਾਹਰ ਕੱਢੋ ਕਿਸੇ ਤਰੀਕੇ। ਜੇ ਕੋਈ ਆਪਣਾ ਨਵਾਂ ਪਲਾਨ, ਬਿਜ਼ਨਸ ਪਲਾਨ, ਪ੍ਰੋਸੈਸ ਬੇਸਡ ਪਲਾਨ ਜਾਂ ਈਵਨ ਲਿਟਰੇਚਰ ਦੇ ਨਾਲ ਰਿਲੇਟਡ ਕੋਈ ਉਹਨਾਂ ਦੇ ਪਲਾਨਸ ਹੈਗੇ ਅੱਗੇ ਗਰੋ ਕਰਨ ਦੇ ਤਾਂ ਉਹ ਲੋਕਾਂ ਸਾਹਮਣੇ ਪ੍ਰੈਜ਼ੈਂਟ ਕਰੋ। ਤਾਂ ਆਪਣਾ ਕਾਲਜ ਜਿਹੜਾ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਮੁਹੰਮਦ ਸਲੀਮ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਹੈ ਉਹਨਾਂ ਦੀ ਨੇਤਰਤਵ ਦੇ ਵਿੱਚ ਇਹ ਆਪਣਾ ਪਹਿਲਾ ਕਾਲਜ ਹੈ ਪੂਰੇ ਜ਼ਿਲ੍ਹੇ ਦੇ ਵਿੱਚ, ਰਾਦਰ ਪੂਰੀ ਪੰਜਾਬ ਯੂਨੀਵਰਸਿਟੀ ਵਿੱਚ ਜਿਹੜਾ ਕਿ ਇਸ ਨੂੰ ਇਨੀਸ਼ੀਏਟ ਕਰ ਰਿਹਾ। ਔਰ ਇਹ ਦੱਸਦਿਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਲੱਗ-ਅਲੱਗ ਕਾਲਜਿਸ ਤੋਂ ਮੋਰ ਦੈਨ 25 ਟੀਮਸ ਜਿਹੜੀਆਂ ਹਨ ਉਹ ਪਾਰਟਿਸਿਪੇਟ ਕਰ ਰਹੀਆਂ। ਥੋੜੀ ਹੀ ਦੇਰ ਤੋਂ ਪ੍ਰੋਗਰਾਮ ਸ਼ੁਰੂ ਹੋਏਗਾ ਔਰ ਬੱਚੇ ਅਲੱਗ-ਅਲੱਗ ਆਈਡੀਆ ਜਿਹੜੇ ਆਪਣੇ ਪ੍ਰੈਜ਼ੈਂਟ ਕਰਨਗੇ। ਸੋ ਗਾਇਜ਼ ਹੁਣੇ ਅਸੀਂ ਸਾਡੇ ਸੀਨੀਅਰ ਪ੍ਰੋਫੈਸਰ ਸੰਦੀਪ ਚਾਨਣ ਸਰ ਨਾਲ ਗੱਲ ਕੀਤੀ। ਸੋ ਉਹਨਾਂ ਨੇ ਬਹੁਤ ਵਧੀਆ ਸਾਨੂੰ ਐਕਸਪਲੇਨ ਕੀਤਾ ਕਿ ਇਵੈਂਟ ਕੀ ਹੈ, ਇੰਟਰਲੋਡੀਆ ਦਾ ਮਤਲਬ ਜਾਂ ਸਮਥਿੰਗ ਜੋ ਵੀ ਹੈ। ਸੋ ਅੰਦਰ ਇਵੈਂਟ ਸਟਾਰਟ ਹੋ ਚੁੱਕਿਆ ਹੈ। ਆਜੋ ਤੁਹਾਨੂੰ ਸਾਰਾ ਇਵੈਂਟ ਦਿਖਾਉਂਦੇ। ਆਜੋ। All the idols and plants are actually immersed in the water or left at the temples, thereby cluttering the rivers or making the huge garbage dumps. And that's when Arpan came into our minds. Good morning everyone. Here I, Kumko, And I, Malika Chus, have come here with this brand Arpan that utilizes these treasures and makes sustainable and eco-friendly products. So before we begin, let's start from the story from where we started. actually we noticed the various idols of god and goddesses that were left at the river bank on the eve of Ganesh Chaturthi and Durga Puja, and it was totally unimaginable to listen that around 350,000 idols were immersed in the water in last year and in just 2 days only. According to the Hindu mythology, if we get Uttar Puja done of any idol, it marks the end of the life of that idol. I repeat, it marks the end of the life Of the market size and segmentation of the economy, market size of organic bar market is almost half of the total soap market in India. And if we talk about the decorative items, it's around $363 million. And if we talk ज़्यादा आप टाइम नहीं ले पाएंगे। अनिल जी का वैसे तो ये सारा काम अनिल तक्कड़ जी और इनकी टीम ने किया हुआ है, जो सारा आईटी लेबल्ड काम है। एक काम और बढ़ा दिया मुझे लगता है शायद टाइम कीपिंग का, सुबह 8 बजे का लगा हुआ है
Thank you, Anil. Platform of Intellodia, both of us came with the idea of noble setup, named Anurag, means love and devotion, which is being sacrificed in the era of modernization and cutthroat competition. Since morning till night, all the members are running and running to earn more and more, just to satisfy our basic need with limited resources. In this race, my dear friends, we are ignoring unutilized, experienced human resources. That is, senior citizens जो है वर्किंग पेरेंट्स चिल्ड्रन को किसी और के हाथ में छोड़ के जाते हैं, जिसकी वजह से उनमें इतनी वैल्यूज ना हो, डेवलप नहीं हो पाती जो कि एक पेरेंट अपने चिल्ड्रन में कर सकता है। उनमें इतने मैनर्स नहीं होते, वो हमेशा इंटरनेट या सोशल मीडिया में बिजी रहते हैं और फोन पे भी। बाहर ज्यादा आउटडोर उनकी इतनी मतलब आउटडोर इतना नहीं खेल। बहुत इफेक्ट हो रही है हमारी ह्यूमन एक्टिविटीज की वजह से, जैसे कि अब औद्योगिकरण हो रहा है और फैक्ट्रीज का जो भी वेस्ट मटेरियल है वो रिवर्स में जाता है और हमारे मेरीन की जो भी फिशेस और एक्स्ट्रा जो भी एनिमल्स हैं उसे इफेक्ट करता है। और मेरीन लाइफ के साथ साथ ही हमारी ह्यूमन लाइफ को भी इफेक्ट करता है। इसमें जो भी है हमारा वही दर्शाया गया है, जो हमारे इसमें हमने क्रिएट किया है वो ज़्यादातर हमने हमारे होम अवेलेबल जो मटेरियल था उससे तैयार किया गया है और फीचर इंग्रेडिएंट्स लाइक स्टोन्स और पेंट्स के थ्रू ये पेंट किया है। Sustainable development. Electricity plays a crucial role in everyday's life. One can't imagine a day without electricity. Everything will be a stand alone if we don't have electricity, and eventually becomes a dark. Moving towards the current uses for lighting, for engineering works, for transportation, and other operation of appliances. इसके लिए हम ग्रासरूट लेवल पे एक आइडिया, एक एक्टिविटी रिप्रेजेंट करेंगे जिससे बच्चों के माध्यम से हम बिजली को सेव करने की कोशिश करेंगे। इसको रिप्रेजेंट करने के लिए हमने एक लॉगबुक तैयार की है। जैसे जब टीचर क्लासरूम में आएगा तो वो बच्चों को बोलेगा कि वो जब भी स्कूल पिछले 3 महीने की अपनी बिजली को बिल को लेकर स्कूल में आए और बच्चों को कहेगा कि नेक्स्ट डे से वो अपने घर का मीटर रीडिंग करके आए और घर से निकलते वक्त अपने घर के सारे जितने भी अननेसेसरी स्विचेस ऑन है। It's a perfect place where you have a cup of coffee in one hand and book in the other. A place where you get relief from the consistent mental pressure and mental problems. A place where you can learn the art of making coffee. So, we have come up with the idea of brew books. I, Hamid, and I, Tanya, are going to elaborate on our business plan. So, who are we? So, brew books is a book cafe. ये हमें सब कुछ प्रोवाइड करता है। Our vision is that providing an experience that will make you fall in love with coffee, so as well as environment. Our mission will include बढ़ रही है सिर्फ स्ट्रे एनिमल्स के कारण ही। ये जो एनिमल्स है रात के टाइम में हमें दिखाई नहीं देते हैं, तो इसीलिए जो एक्सीडेंट्स वो बढ़ रहे हैं। सिर्फ रात के टाइम में नहीं, दिन के टाइम में भी बढ़ रहे हैं, लेकिन रात के टाइम में विजिबिलिटी जो है वो बहुत कम होती है, जिसकी वजह से एक्सीडेंट्स जो है वो बहुत ज़्यादा बढ़ रहे हैं और इस वजह से बहुत प्रीशियस लाइफ जो है वो लॉस हो रही है। नेक्स्ट स्लाइड। जैसे ये आप देख रहे हैं, ये हमारे पास कई बार क्या होता है कि रात के टाइम पे जो एनिमल्स हैं वो वहाँ पे बैठे हुए हैं, वो दिखाई नहीं दे रहे हैं। तो इससे सिर्फ एनिमल्स को ही हार्म नहीं होता है, इसके साथ साथ एनिमल्स के साथ साथ जैसे कि जो डॉग्स के कारण 69% ऑफ एक्सीडेंट नंबर्स हो रहे हैं, डॉग्स के कारण 9358 एक्सीडेंट नंबर्स हो रहे हैं। तो हम ये देखते हैं कि कितने एनिमल्स के कारण हमारा कितना ज़्यादा एक्सीडेंट नंबर बढ़ रहा है। हमारे इंडिया में बहुत सारे धर्म हैं और उन सबकी बहुत अलग अलग बिलीफ्स हैं, बहुत अलग अलग मान्यताएं हैं जो कि बहुत पुरानी है और बहुत मानी जाती है। वाटर की इंपॉर्टेंस बताने की जरूरत नहीं है वैसे, बट वाटर इज वेरी इंपॉर्टेंट फॉर सो मेनी रीजंस। हमारी बॉडी हेल्दी रहती है, हाइड्रेटेड रहती है, उसमें न्यूट्रिएंट्स होते हैं एंड मेनी अदर। यस सर, सो ट्रेनिंग हमारा डायरेक्ट ट्रेनिंग रेवेन्यू का पर्पस नहीं है। अब कईयों के दिमाग में ये क्वेश्चन आता है कि ट्रेनिंग एक बार हो जाएगी
2 बार हो जाएगी, 3 बार हो जाएगी, बट साइबर सिक्योरिटी ऐसा पर्सपेक्टिव है, हर एक दिन में टेक्नोलॉजी चेंज होती है। अगर टेक्नोलॉजी चेंज ना भी हो तो उसके लिए भी हमारा एक बिजनेस मॉडल है। ये बिजनेस मॉडल मेरे को किसी इंसान की वजह से दिमाग में आया। क्या है, जो इंडस्ट्रीज है, स्मॉल स्केल एसोसिएशन है लुधियाना में इंडस्ट्रीज की, सबका जो सॉफ्टवेयर है वो टैली चलते हैं टू स्टोर देयर डेटा। तो क्या होता है, हैकर्स ने नया काम My name is Tamanna. We are representing that traffic management should be according to the artificial intelligence. And now we have started with a small example. That is my experience. Like, जब मैं कभी भी सड़क पे जाती थी तो मुझे हमेशा लगता था कि एक पैर पे जब मैं बैठी मतलब जा रही हूँ एक्टिवा पे, अगर दूसरे पैर में बंदे हैं ही नहीं, मतलब कि वहाँ पे व्हीकल्स चल ही नहीं रहे हैं, पर मुझे फिर भी 60 सेकंड के लिए खड़ना पड़ता था, चाहे मैं जितना भी लेट हो जाऊँ, पर आई हैव टू स्टैंड देयर। क्यों? क्योंकि हमारी जो ट्रैफिक सिस्टम है उसमें जो ट्रैफिक लाइट है उसमें वही डेटा फीड किया हुआ है कि 60 सेकंड तक वो ग्रीन लाइट तब तक नहीं होगी। सो आई विल टेल कि क्यों ऐसा हो रहा है। क्यों? जब हम ट्रेन की बात करते हैं, अगर मान लीजिए I guess most of you, please raise up your hand if you did. So most of you have done it. So plastic हमारे अर्थ की 4th लेयर बन चुका है प्लास्टिक का पोल्यूशन। आप सबके सब बहुत ज्यादा एजुकेटेड हो, कोई PhD कर चुका है, कोई डॉक्टर है, सबको पता है प्लास्टिक की क्या नुकसान है, एंड स्टिल हियर वी आर। आप सब प्लास्टिक बॉटल से ही वाटर को कंज्यूम कर रहे हो। प्लास्टिक बॉटल से हमें कैंसर वगैरह क्या क्या बीमारियां होती है, हम सबको पता है कितना हार्मफुल होता है, कितना पोल्यूट कर रहा है, ये सब आपको पता है। बट मैं फिलोसफिकल शिट पे नहीं जाऊंगा। आई एम अ कॉमर्स स्टूडेंट, आई एम नॉट अ बिजनेस लेयर। So please next slide. क्योंकि हम सबको इसके नुकसान पता है, but here we are. गवर्नमेंट इसकी सप्लाई नहीं रोकेगी, प्लास्टिक बॉटल्स मैन्युफैक्चर होगी और प्लास्टिक को आप डंप भी नहीं कर सकते क्योंकि इसे खत्म किया है। प्रोड्यूस होती हैं ग्रीन हाउसेस गैस, वो होते हैं फुटप्रिंट्स एंड एमिशंस कार्बन। व्हाट इज द आइडिया? हमारा ये आइडिया है कि हम एक ऐप बनाएंगे जिससे हम ट्रैक कर सकें कि कितनी हम कार्बन एमिशंस हम डेली बेसिस पे, डेली एक्टिविटीज पे हम ले रहे हैं, और वो पर्सनलाइज्ड यूज के लिए होगा। जो जैसे हमारी डेली फैक्ट्रीज में फॉसिल फ्यूल्स बर्न होते हैं, हमारी ऑटोमोबाइल्स में जो फॉसिल बर्न उसकी वजह से कार्बन इमिट होता है, और जिसकी वजह से ग्रीन हाउस गैसेस लाइक कार्बन डाइऑक्साइड एंड मीथेन रिलीज होते हैं, जिसकी वजह से रोज हमारा ग्लोबल वार्मिंग एंड जो क्लाइमेट चेंज हो रहा है, और उसकी वजह से जो हमारी वाइल्ड इफेक्ट हो रही है ग्लोबल वार्मिंग की वजह से, और जो क्लाइमेट चेंज की वजह से फार्मर्स को हार्म हो रहा है इसकी वजह से। तो इसको हम रिड्यूस करने के लिए हम एक ऐप ਗੱਲਬਾਤ ਕਰਦੇ ਹਾਂ ਜੀ ਸਟੂਡੈਂਟਸ ਨਾਲ। ਹੁਣੇ ਆਪਾਂ ਜਿਵੇਂ ਕਿ ਤੁਸੀਂ ਪਿੱਛੇ ਸਾਰੇ ਸਿਨੇਮੈਟਿਕਸ ਦੇਖੇ ਆ, ਪੂਰੇ ਜਿਹੜੇ ਬੱਚਿਆਂ ਨੇ ਪ੍ਰੋਜੈਕਟਸ ਬਣਾ ਕੇ ਲੈ ਕੇ ਆਏ ਹੋਏ ਸੀਗੇ। ਸੋ ਬਹੁਤ ਵਧੀਆ ਪ੍ਰੋਜੈਕਟਸ ਬਣਾਏ ਹੋਏ ਆ ਬੱਚੇ ਨੇ, ਜੱਜਸ ਦਾ ਹਲੇ ਜਿਹੜਾ ਫੈਸਲਾ ਆਉਣਾ ਹਲੇ ਬਾਕੀ ਹੈ। ਸੋ ਗੱਲਬਾਤ ਕਰਦੇ ਜੀ ਸਟੂਡੈਂਟਸ ਨਾਲ। ਮੈਨੂੰ ਇਹਨਾਂ ਦਾ ਆਈਡੀਆ ਥੋੜਾ ਵਧੀਆ ਲੱਗਾ, ਸੋ ਦੈਟ ਸਾਰਿਆਂ ਦਾ ਆਈਡੀਆ ਵਧੀਆ, ਮੈਂ ਨੋ ਡਾਊਟ, ਬਟ ਮੈਂ ਭਾਜੀ ਨੂੰ ਸਪੈਸ਼ਲੀ ਲੈ ਕੇ ਆਇਆ। ਮੈਂ ਭਾਜੀ ਦੱਸੋ ਕੀ ਹੈਗਾ। ਸੋ ਗੱਲਬਾਤ ਕਰਦੇ ਆ ਸਟੂਡੈਂਟਸ ਨਾਲ। ਸੋ ਹੈਲੋ, ਪਹਿਲੇ ਤਾਂ ਗੁੱਡ ਆਫਟਰਨੂਨ ਗਾਇਸ। ਸੋ ਤੁਸੀਂ ਜੋ ਵੀ ਅੰਦਰ ਆਈਡੀਆ ਦੇ ਕੇ ਆਏ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਤਾਰ ਚ ਦੱਸੋਗੇ? ਸਾਡਾ ਆਈਡੀਆ ਹੈਗਾ ਕਿ ਆਪਾਂ ਕਿੱਦਾਂ ਕਾਰਬਨ ਐਮਿਸ਼ਨ ਨੂੰ ਰਿਡਿਊਸ ਕਰ ਸਕਦੇ ਹਾਂ, ਕਿ ਜਿਹੜਾ ਅੱਜ ਕੱਲ੍ਹ ਇੰਨੀ ਜੋ ਵਰਲਡ ਦੀ ਮੇਜਰ ਪ੍ਰੋਬਲਮ ਹੈ ਕਾਰਬਨ ਐਮਿਸ਼ਨ, ਉਹਨੂੰ ਆਪਾਂ ਇੱਕ ਐਪ ਡਿਵੈਲਪ ਕਰਨੇ ਸੋਚਿਆ ਕਿ ਕਾਰਬਨ ट्रैक। व्हाट डू यू मीन बाय कार्बन मिशन समथिंग? कार्बन मिशन है कि जो फॉसिल फ्यूल्स जो रेगुलर यूज हमारी यूज होते हैं फैक्ट्रीज में, ऑटोमोबाइल्स में जो बर्न होते हैं, इसकी वजह से जो गैसें निकलती हैं, मेजर गैस ग्रीन हाउस गैस कार्बन डाइऑक्साइड, जिसकी वजह से ग्लोबल वार्मिंग और हमारा हाँ और हमारा जो क्लाइमेट चेंज हो रहा है उसकी वजह से जो हार्मफुल इफेक्ट्स हो रहे हैं वो हमारा कार्बन मिशन है, जो कि पर्सनलाइज ऐप होगा हर एक के लिए, क्योंकि हर एक की डेली एक्टिविटीज अलग अलग होती हैं। ठीक है, तो वो क्या करेगा, हर एक बंदे की एक्टिविटीज को ट्रैक करेगा और वो बताएगा कि उसने कितनी एक्टिविटी कितना उसे कार्बन एमिट करा, और उसको सजेस्ट करेगा कैसे रिड्यूस हो सकती है वो एक्टिविटी, कैसे हमारा जो कार्बन एमिशन है कम हो सके पॉसिबल। बहुत ਵਧੀਆ ਜੋ ਕਿ ਇਹਨਾਂ ਨੂੰ ਲੱਗਿਆ ਕਿ ਕਾਰਬਨ ਮਿਸ਼ਨ ਜੋ ਵੀ ਇਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਇਹਨਾਂ ਸਾਰਾ ਦੱਸਿਆ। ਠੀਕ ਹੈ, ਜੋ ਵੀ ਇਹਨਾਂ ਦਾ ਪ੍ਰੋਜੈਕਟ ਸੀਗਾ ਬਹੁਤ ਵਧੀਆ ਲੱਗਾ। ਸੋ ਜੈ ਭਾਜੀ ਤੁਹਾਨੂੰ ਕੀ ਲੱਗਦਾ ਕਿ ਜੱਜਸ ਦਾ ਫੈਸਲਾ ਕੀ ਆ ਸਕਦਾ ਕਿ ਅੱਗੇ ਲੈ ਕੇ ਆਣਗੇ ਕੁਝ ਸਮਥਿੰਗ ਤੁਹਾਡੇ ਪ੍ਰੋਜੈਕਟ ਨੂੰ? ਜੱਜਸ ਹੁਣ ਖੁਸ਼ ਤਾਂ ਖੁਸ਼ ਕਾਫੀ ਲੱਗ ਰਹੇ ਸੀ। ਕੁਝ ਚਾਂਸ ਹੈ ਭਾਜੀ ਨੂੰ ਹੋ ਰਿਹਾ ਕਿ ਚਲੋ ਆ ਸਕਦਾ ਸਾਡਾ ਅੱਗੇ। ਸੋ ਬਹੁਤ ਵਧੀਆ ਗੱਲ ਹੈ। ਬੈਸਟ ਆਫ ਲੱਕ ਫॉर योर ਫਿਊਚਰ। ਬਹੁਤ ਵਧੀਆ ਪ੍ਰੋਜੈਕਟ ਹੈ ਤੁਹਾਡਾ, ਅੱਗੇ ਲੈ ਕੇ ਆਓ, ਰੱਬ ਤੁਹਾਨੂੰ ਹੋਰ ਤਰੱਕੀ ਦੇਵੇ। ਥੈਂਕ ਯੂ। ਸੋ ਹੁਣੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਆਪਾਂ, ਉਹਨਾਂ ਦੇ ਰਿਵਿਊਜ਼ ਲਏ,
ਕਿ ਉਹਨਾਂ ਨੇ ਕਿਹੜਾ ਪ੍ਰੋਜੈਕਟ ਤਿਆਰ ਕੀਤਾ ਜਾਂ ਸਮਥਿੰਗ ਜੋ ਵੀ ਹੈ, ਸੋ ਦੈਟ ਹੁਣ ਅਸੀਂ ਆਪਣੇ ਜਿਹੜੇ ਕਾਲਜ ਦੇ ਮਾਤਾ ਗੰਗਾ ਖਾਲਸਾ ਕਾਲਜ ਤੋਂ ਵੀ ਇੱਕ ਗਰੁੱਪ ਆਇਆ ਹੋਇਆ ਹੈ। ਸੋ ਉਹਨਾਂ ਦੇ ਜਿਹੜੇ ਕੋਆਰਡੀਨੇਟਰਸ ਨੇ, ਜਿਹੜੇ ਸਟੂਡੈਂਟਸ ਲੈ ਕੇ ਆਏ ਹੈ, ਉਹਨਾਂ ਦੇ ਟੀਚਰਸ ਨਾਲ ਗੱਲ ਕਰਦੇ ਹਾਂ। ਸੋ ਫਸਟ ਆਫ ਆਲ ਗੁੱਡ ਆਫਟਰਨੂਨ। ਗੁੱਡ ਆਫਟਰਨੂਨ। ਸੋ ਮੈਮ, ਅੱਜ ਦਾ ਜਿਹੜਾ ਇਵੈਂਟ ਹੈ ਮੇਨਲੀ ਸਾਡੇ ਕਾਲਜ ਦੇ ਵਿੱਚ ਕਰਵਾਇਆ ਜਾ ਰਿਹਾ, ਪੰਜਾਬ ਯੂਨੀਵਰਸਿਟੀ ਦੇ ਫਸਟ ਟਾਈਮ ਇੱਥੇ ਕਰਵਾਇਆ ਜਾ ਰਿਹਾ। ਸੋ ਅੱਜ ਮੈਮ ਤੁਸੀਂ ਆਪਣੇ ਕਾਲਜ ਦੇ ਸਟੂਡੈਂਟਸ ਲੈ ਕੇ ਆਏ ਹੋ, ਸੋ ਉਹਦਾ ਮੋਟਿਵ ਕੀ, ਕਿਉਂ ਲੱਗਿਆ ਕਿ ਸਾਨੂੰ ਵੀ ਲੈ ਕੇ ਜਾਣਾ ਚਾਹੀਦਾ? ਸਾਨੂੰ ਇਸ ਲਈ ਲੱਗਿਆ ਕਿ ਸਟੂਡੈਂਟ ਨੂੰ ਇੱਕ ਐਕਸਪੋਜ਼ਰ ਮਿਲਦਾ ਹੈਗਾ, ਇੱਕ ਬਹੁਤ ਅੱਛਾ ਪਲੇਟਫਾਰਮ ਹੈਗਾ ਇਹ, ਬੱਚਿਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਦੇਖਿਆ ਇੱਥੇ ਆ ਕੇ ਕਿ ਬੱਚਿਆਂ ਨੇ ਇੰਨਾ ਜ਼ਿਆਦਾ ਇਨੋਵੇਸ਼ਨ, ਮਤਲਬ ਬੱਚਿਆਂ ਦੇ ਮਾਈਂਡ 'ਚ ਇੰਨਾ ਕੁਝ ਹੈਗਾ ਹੈ ਕਿ ਬੱਚਿਆਂ ਨੇ ਹਰ ਇੱਕ ਫੀਲਡ ਕਵਰ ਕੀਤਾ। ਜਿੱਦਾਂ ਆਈ ਬਿਲੋਂਗ ਟੂ ਜ਼ੂਲੌਜੀ ਡਿਪਾਰਟਮੈਂਟ, ਆਈ ਐਮ ਪ੍ਰੋਫੈਸਰ ਆਫ ਜ਼ੂਲੌਜੀ, ਤੇ ਬੱਚਿਆਂ ਨੇ ਸਾਇੰਸ ਦੇ ਟੌਪਿਕ ਨੂੰ ਲੈ ਕੇ ਕਵਰ ਕੀਤਾ, ਕਮਰਸ ਨੂੰ ਕੀਤਾ, ਮਾਰਕੀਟਿੰਗ 'ਚ ਮੈਨੇਜਮੈਂਟ, ਹਰ ਇੱਕ ਜਿਹੜਾ ਟੌਪਿਕ ਹੈ, ਵੂਮਨ ਐਮਪਾਵਰਮੈਂਟ, ਮੈਰੀਨ ਲਾਈਫ, ਹਰ ਇੱਕ ਟੌਪਿਕ ਨੂੰ ਕਵਰ ਕੀਤਾ। ਬੱਚਿਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈਗਾ, ਐਕਸਪਲੋਜ਼ਰ ਬਹੁਤ ਜ਼ਿਆਦਾ ਇਹਨਾਂ ਦਾ ਐਕਸਪਲੋਰ ਕੀਤੇ ਆਈਡੀਆਜ਼ ਆਪਣੇ ਆਪਣੇ। ਬਹੁਤ ਵਧੀਆ ਰਿਵਿਊਜ਼ ਰਹੇ ਮੈਮ ਦੇ। ਸੋ ਮੈਮ, ਤੁਸੀਂ ਅੱਜ ਆਪਣੇ ਕਾਲਜ ਦੇ ਸਟੂਡੈਂਟਸ ਲੈ ਕੇ ਆਏ ਹੋ, ਸੋ ਤੁਹਾਨੂੰ ਕੀ ਲੱਗਦਾ ਕਿ ਜੱਜਸ ਦਾ ਕੀ ਰਿਵਿਊ ਰਹੇਗਾ ਕਿ ਸਾਨੂੰ ਤੁਹਾਡਾ ਜਿਹੜਾ ਕਾਲਜ ਆ ਅੱਗੇ ਲੈ ਕੇ ਜਾਣਗੇ ਸਮਥਿੰਗ ਕੁਝ? ਹਾਂਜੀ, ਸਾਡੇ ਸਟੂਡੈਂਟਸ ਨੇ ਬਹੁਤ ਕੁਝ ਸਿੱਖਿਆ ਹੈਗਾ ਤੇ ਉਹਨਾਂ ਨੇ ਮੈਰੀਨ ਲਾਈਫ ਤੇ ਹੋਰ ਵਿਮਨ ਐਮਪਾਵਰਮੈਂਟ ਤੇ ਪ੍ਰੈਜ਼ੈਂਟ ਕੀਤਾ ਹੈਗਾ। ਸਾਨੂੰ ਹੋਪ ਹੈਗੀ ਹੈ ਕਿ ਅਸੀਂ ਕੁਝ ਨਾ ਕੁਝ ਨੰਬਰ ਲੈ ਕੇ ਜਾਵਾਂਗੇ, ਕੁਝ ਨਾ ਕੁਝ ਆਸ ਹੈਗੀ ਕਿ ਇੱਕ ਨਾ ਇੱਕ ਟਰੋਫੀ ਤਾਂ ਅੱਜ ਲੈ ਕੇ ਜਾਣੀ ਹੈ। ਸੋ ਥੈਂਕ ਯੂ ਸੋ ਮਚ। ਗੁੱਡ ਆਫਟਰਨੂਨ। ਥੈਂਕਸ। ਜਿਵੇਂ ਆਪ ਐਗਜ਼ਾਮਪਲ ਪਾਇਆ ਨਾ, ਇੱਕ ਫੋਨ ਹੋ ਸਕਦਾ, ਲੈਪਟਾਪ ਹੋ ਸਕਦਾ, ਐਜ਼ ਇਟ ਇਜ਼ ਆਪਾਂ ਵੱਡੇ ਅਪਲਾਈਐਂਸਸ ਜਿਹੜੇ ਨੇ ਆਪਣੇ ਕੋਲ, ਉਹ ਵੀ ਆਪਾਂ ਉਹਦੇ ਵਿੱਚੋਂ ਸੇਮ ਹੀ ਕੈਟਾਗਰੀਜ਼ ਹੋਣਗੀਆਂ, ਸੇਮ ਹੀ ਟਾਈਪ 1 ਟਾਈਪ 2 टाइप 3 ਦੇ ਅਕੋਰਡਿੰਗਲੀ ਜਿੰਨੀ ਰਿਕੁਆਇਰਮੈਂਟ ਹੋਏਗੀ ਉਹ ਹਿਸਾਬ ਨਾਲ ਉਹ ਚੀਜ਼ ਨੂੰ ਅਸੀਂ ਉਹ ਤੋਂ परचेज कर सकते हैं। मैं भी बहुत अच्छी हूँ। क्या हुआ जीजी, तुम मुरझाई हुई क्यों हो इतनी? यार क्या बताऊँ आपको, मेरे पास ना ढेरों सूट हैं, लेकिन उनके जो दुपट्टा है वो ऐसे पड़े रहते हैं। मैं सूट तो वेयर कर लेती हूँ, लेकिन उसके दुपट्टा वैसे के वैसे पड़े रहते हैं। अरे जीजी, वाई फियर में गुरप्लीज हियर। आओ मैं तुम्हें एक राज की बात बताती हूँ। ना पीला ना काला ना गोरा, अब है दुपट्टा मेरा कोरा कोरा। दीदी एक और बात बताऊं, करो इसके टुकड़े टुकड़े, कमाओ पैसे। लेकिन वो कैसे? अरे आओ, उससे पहले इन लोगों का भी फायदा कर दिए। पहले हम अपने बारे में कुछ बताते। मैं हूँ मनप्रीत कौर और मैं राजिंदर कौर। आज हम आपके सामने एक हमारा प्रोडक्ट लेके आए हैं जो हम सबने पहले देखा हुआ है। अपना जो अपने आइडिया के बारे में बताने से पहले मैं एक दो क्वेश्चन मेरे ऑडियंस से पूछना चाहूँगा। लाइक कोई भी आप में से करवा सकता है, टर्बन बॉय। मैं आपसे पूछना चाहता हूँ कि आपने अपने जैसे आप कोई भी फील्ड में काम कर रहे हैं, आपका फ्यूचर का गोल क्या करियर प्लानिंग क्या, आपकी कुछ बेसिक सा आइडिया कि आप क्या बनना चाहते हैं? फॉरेन जाना है। फॉरेन जाऊंगा ताकि मैं आगे कुछ करूंगा। फॉरेन जाकर करना भी चाहते हो? मैं फाइनेंस कंपनी च काम करना चाहना। ओके, फाइनेंस कंपनी ऐसे ਇੱਥੇ ਹੈਗੀ ਹੈ, ਪਰ ਆਪਾਂ ਨੂੰ ਇੱਥੇ ਇੰਨੀ ਕੈਪੀਟਲ नहीं मिलती जितनी ਉੱਥੇ मिलती। जरूर वेरी गुड, थैंक यू। मैं ये कोर्स को ज्वाइन करूंगा, कैसे करूंगा, कैसे मैं फंड रेज करूंगा, क्या मैं जो करना चाहता हूं क्या एक्चुअली कर पाऊंगा कि नहीं कर पाऊंगा, उसके लिए मनी भी चाहिए, बड़े सारे अदर सोर्सेज चाहिए, काफी सारी मतलब प्रॉब्लम्स क्रिएट होती है जब एक्चुअली हम जाएंगे, ठीक है ना। तो बेसिकली ये प्रॉब्लम आ रही है। ਹੈਲੋ ਗਾਇਸ, ਗੱਲਬਾਤ ਕਰਦੇ ਹਾਂ ਜੀ ਅੱਜ ਦੇ ਜਿਹੜੇ ਸਟਾਫ ਕੋਆਰਡੀਨੇਟਰ ਨੇ ਡਾਕਟਰ ਰੋਹਿਤ ਕੁਮਾਰ ਸਰ। ਫਸਟ ਆਫ ਆਲ ਸਰ ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਸਰ। ਅੱਜ ਦਾ ਜਿਹੜਾ ਇਵੈਂਟ ਹੈ ਐਂਟੋਲੋਡੀਆ ਜਿਹੜਾ ਕਰਾਇਆ ਜਾ ਰਿਹਾ ਹੈ ਕਮਲਾ ਲੋਟੀਆ ਸਨਾਤਨ ਧਨ ਕਾਲਜ ਦੇ ਵਿੱਚ, ਮੈਂ ਸੁਣਿਆ ਸਰ ਇਹ ਫਸਟ ਟਾਈਮ ਆਪਣੇ ਕਾਲਜ ਦੇ ਵਿੱਚ ਕਰਵਾਇਆ ਜਾ ਰਿਹਾ ਸਰ, ਇਹਦਾ ਮੋਟਿਵ ਕੀ ਸੀ ਕਿ ਮਤਲਬ ਫਸਟ ਟਾਈਮ ਆਪਣੇ ਕਾਲਜ ਦੇ ਵਿੱਚ ਕਰਾਇਆ ਜਾ ਰਿਹਾ ਜਾਂ ਸਮਥਿੰਗ ਜੋ ਵੀ? ਹਾਂਜੀ, ਇਹ ਜਿਹੜਾ ਕੰਪੀਟੀਸ਼ਨ ਕਰਾਇਆ ਬਿਲਕੁਲ ਫਸਟ ਟਾਈਮ ਆਪਣੇ ਕਾਲਜ ਵਿੱਚ ਕਰਾਇਆ ਜਾ ਰਿਹਾ। ਇਹਦਾ ਨਾਮ ਹੈ ਇਨੋਵੇਟਿਵ ਐਂਡ ਇੰਟੈਲੀਜੈਂਟ ਆਈਡੀਆ ਕੰਪੀਟੀਸ਼ਨ, ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਅਸੀਂ ਕਰਾ ਰਹੇ ਹਾਂ। ਔਰ ਇਹ ਜਿਹੜੇ ਕਾਲਜ ਪਾਰਟਿਸਿਪੇਟਿੰਗ ਕਾਲਜ ਹੈ ਇਹ ਸਾਰੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਆਉਂਦੇ ਆ। ਸੋ ਇਹਦੇ ਵਿੱਚ ਜਿਹੜੇ ਬੱਚੇ ਹੈ ਉਹ ਆਪਣੇ ਅਲੱਗ-ਅਲੱਗ ਆਈਡੀਆਜ਼ ਲੈ ਕੇ ਆਉਂਦੇ ਆ, ਚਾਹੇ ਉਹ ਆਈਟੀ ਦੇ ਵਿੱਚੋਂ ਹੋਣ, ਚਾਹੇ ਉਹ ਕਾਮਰਸ ਦੇ ਵਿੱਚੋਂ ਹੋਣ, ਕਾਮਰਸ ਮੈਨੇਜਮੈਂਟ ਦੇ ਵਿੱਚੋਂ ਹੋਣ, ਜਾਂ ਕਿਸੇ ਵੀ ਫੀਲਡ ਦੇ ਵਿੱਚੋਂ ਇਹ ਬੱਚੇ ਆਪਣੇ ਆਈਡੀਆ ਲੈ ਕੇ ਇਹਦੇ ਵਿੱਚ ਆ ਸਕਦੇ ਆ। ਔਰ ਉਹਦੇ ਥਰੂ ਹੀ ਜਿਹੜਾ ਇਹਨੂੰ ਪ੍ਰੋਫੈਸ਼ਨ ਬਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਆ। ਸੋ ਅਸੀਂ ਇਹ ਬੱਚਿਆਂ ਨੂੰ ਪਲੇਟਫਾਰਮ ਦਿੱਤਾ ਯੂਨੀਵਰਸਿਟੀ ਤਰਫ ਤੋਂ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਕਿ ਇਹ ਜਿਹੜਾ ਕੰਪੀਟੀਸ਼ਨ ਹੋ ਰਿਹਾ ਇਹਦੇ ਵਿੱਚੋਂ ਜਿਹੜੇ ਕੁਝ ਬੱਚੇ ਜਿਹੜੇ ਪੰਜਾਬ ਯੂਨੀਵਰਸਿਟੀ ਸਿਲੈਕਟ ਕਰੇਗੀ ਔਰ ਉਹਨਾਂ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਔਰ ਉਹ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਫੰਡਿੰਗ ਵੀ ਕੀਤੀ ਜਾਏਗੀ।
ਸੋ ਬੱਚਿਆਂ ਦੇ ਵਾਸਤੇ ਇਹ ਬਹੁਤ ਹੀ ਵੱਡਾ ਇੱਕ ਜਿਹੜਾ ਸੁਨਹਿਰੀ ਮੌਕਾ ਹੈ, ਜਿਹਦੇ ਵਿੱਚ ਆਪਣਾ ਕੋਈ ਨਾ ਕੋਈ ਲਾਈਫ ਦੇ ਵਿੱਚ ਆਪਣਾ ਜਿਹੜਾ ਫੀਲਡ ਬਣਾ ਕੇ ਅੱਗੇ ਆਪਣੀ ਲਾਈਫ ਨੂੰ ਅੱਗੇ ਚਲਾ ਸਕਦੇ ਹਨ। ਸੋ ਇਹ ਮੈਂ ਬਿਲਕੁਲ ਕਹਿ ਸਕਦਾ ਕਿ ਇਹ ਸਾਡਾ ਪਹਿਲਾ ਕਾਲਜ ਹੈ ਜਿਹਨੇ ਨੇ ਕਿ ਇਹਨਾਂ ਬੱਚਿਆਂ ਨੂੰ ਪਲੇਟਫਾਰਮ ਦਿੱਤਾ। ਔਰ ਅੱਜ ਇਸ ਕੰਪੀਟੀਸ਼ਨ ਦੇ ਵਿੱਚ ਲਗਭਗ 24 ਟੀਮਾਂ ਜਿਹੜੀਆਂ ਹੈ ਸਾਡੇ ਪਾਰਟਿਸਿਪੇਟ ਕਰ ਰਹੀ ਹੈ, ਜਿਨ੍ਹਾਂ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ, ਬੱਚਿਆਂ ਨੂੰ ਮੋਮੈਂਟੋਸ ਦਿੱਤੇ ਜਾਣਗੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਏਗਾ। ਔਰ ਇਹਨਾਂ ਨੂੰ ਜੱਜ ਕਰਨ ਵਾਸਤੇ ਅਸੀਂ ਡਿਫਰੈਂਟ ਫੀਲਡ ਦੇ ਵਿੱਚੋਂ ਲਗਭਗ 7 ਜੱਜਿਸ ਅਸੀਂ ਬੁਲਾਏ ਹੈ, ਜਿਹੜੇ ਕਿ ਇਹਨਾਂ ਨੂੰ ਜੱਜ ਕਰ ਰਿਹਾ। ਔਰ ਇਹਨਾਂ ਵਿੱਚ ਜਿਹੜੇ ਬੱਚੇ ਅੱਛਾ ਜਿਹੜਾ ਆਈਡੀਆਜ਼ ਹੋਏਗਾ ਉਹਨੂੰ ਜਿਹੜਾ ਹੈ ਆਨਰ ਕੀਤਾ ਜਾਏਗਾ। ਬਹੁਤ ਵਧੀਆ ਗੱਲ ਕਹੀ ਸਰ ਨੇ ਕਿ ਜਿਵੇਂ ਬੱਚਿਆਂ ਨੂੰ ਇੱਕ ਸੁਨਹਿਰੀ ਮੌਕਾ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦੇ ਨੇਤਰਤਵ ਤੋਂ ਦਿੱਤਾ ਜਾ ਰਿਹਾ ਕਿ ਤੁਸੀਂ ਕੋਈ ਵੀ ਆਪਣਾ ਨਵਾਂ ਆਈਡੀਆ ਤੁਹਾਡੇ ਮਾਈਂਡ ਦੇ ਵਿੱਚ ਜੋ ਵੀ ਹੈ ਕਿ ਤੁਸੀਂ ਕਲਚਰ ਨੂੰ ਕਿੱਦਾਂ ਸੁਧਾਰ ਸਕਦੇ ਹੋ, ਸਫਾਈ, ਵਾਟਰ ਪੋਲਿਊਸ਼ਨ ਐਕਸੈਕਟਰਾ ਜੋ ਵੀ ਤੁਸੀਂ ਕਿੱਦਾਂ ਵੀ, ਸੋ ਦੈਟ ਬਹੁਤ ਹੀ ਵਧੀਆ ਲੱਗਿਆ ਕਿ ਬੱਚੇ ਆਪਣੇ ਅੰਦਰੋਂ ਨਿਕਲ ਕੇ ਬਾਹਰ ਆਉਂਦੇ ਕਿ ਸਾਡੇ ਵਿੱਚ ਇਹ ਆਈਡੀਆ। ਕਈ ਲੈਵਲ ਤੇ ਬੱਚੇ ਨਹੀਂ ਬੋਲ ਪਾਉਂਦੇ, ਸੋ ਦੈਟ ਪੰਜਾਬ ਯੂਨੀਵਰਸਿਟੀ ਨੂੰ ਵੀ ਮੈਂ ਥੈਂਕਫੁਲ ਕਰਦਾ, ਸੋ ਆਪਣੇ ਕਾਲਜ ਨੂੰ ਵੀ ਸਾਰੇ ਪ੍ਰਿੰਸੀਪਲਸ, ਮੈਨੇਜਮੈਂਟ, ਸਟਾਫ ਨੂੰ ਵੀ ਮੈਂ ਥੈਂਕਫੁਲ ਕਰਦਾ ਜੋ ਉਹਨਾਂ ਨੇ ਅੱਜ ਇਹ ਇਵੈਂਟ ਆਪਣੇ ਕਾਲਜ ਦੇ ਵਿੱਚ ਕਰਵਾਇਆ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਵੈਰੀ ਮਚ। ਗੱਲਬਾਤ ਕਰਦੇ ਆ ਜੀ ਕਾਲਜ ਦੇ ਆਫੀਸ਼ੀਏਟਿੰਗ ਪ੍ਰਿੰਸੀਪਲ ਡਾਕਟਰ ਮੁਹੰਮਦ ਸਲੀਮ ਫਾਰੂਕੀ ਜੀ ਨਾਲ ਕਿ ਅੱਜ ਦਾ ਜਿਹੜਾ ਇਵੈਂਟ ਹੋ ਰਿਹਾ ਉਸ ਬਾਰੇ ਉਹਨਾਂ ਦਾ ਕੀ ਕਹਿਣਾ। ਸੋ ਪਹਿਲਾਂ ਤਾਂ ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਸਰ, ਜਿਹੜਾ ਅੱਜ ਦਾ ਇਵੈਂਟ ਕਰਾਇਆ ਜਾ ਰਿਹਾ ਆਪਣੇ ਕਾਲਜ ਦੇ ਵਿੱਚ, ਸਰ ਇਸ ਦਾ ਮੋਟਿਵ ਕੀ ਹੈ? ਸੋ ਅੱਜ ਕਰਾਉਣ ਦਾ ਮੋਟਿਵ ਕੀ, ਮਤਲਬ ਕਾਲਜ ਦੇ ਵਿੱਚ ਫਸਟ टाइम अपने हो रहा है, सो की सोच के अपने कॉलेज ਦੇ ਵਿੱਚ ਹੋ ਰਿਹਾ समथिंग। देखो बेटा, मैं इस आपके ब्लॉग के थ्रू सभी बच्चों को ये मैसेज देना चाहता हूँ कि जो भी आपने ज़िंदगी में काम करना है सबसे आगे बढ़कर काम करो। तो ये सबसे आपका पहला मकसद होना चाहिए। दूसरा मकसद ये है हमारा, जो आपने क्वेश्चन किया है कि यहाँ आपने क्यों करवाया है, वो ये है कि ये पंजाब यूनिवर्सिटी की स्कीम है। जो बच्चे सबसे अच्छा आइडिया यहाँ लेके आएंगे उनको पंजाब गवर्नमेंट है वो सिलेक्ट करके सेंट्रल गवर्नमेंट फंडिंग करके उनको सपोर्ट करेंगे। तो उसमें क्या हो जाता है कि अगर हम इस तरीके के प्रोग्राम ऑर्गेनाइज करते हैं और इंतज़ाम करते हैं बच्चों के लिए, तो बच्चों को एक स्टेज मिल जाती है जिसके ऊपर वो अपना आइडिया आके शेयर कर जाते हैं। क्योंकि आज का ज़माना जो है वो आइडिया इम्प्लीमेंटेशन का है। इन्फॉर्मेशन तो आप अपने मोबाइल के ऊपर भी एक क्लिक के साथ निकाल सकते हो, लेकिन इन्फॉर्मेशन को इम्प्लीमेंट कैसे करना है, कैसे अर्निंग करनी है, कैसे आपने सोर्स जनरेट करने हैं और बाकी लोगों के लिए कैसे आपने एम्प्लॉयमेंट के लिए सोर्सेज पैदा करने हैं, ये वही बच्चे हैं। अभी आपने देखा होगा कि एक बच्चा है जो एथिकल हाइकर है, वो हमारे इसी शहर का है और दुनिया का, पूरे वर्ल्ड का सबसे यंगेस्ट एथिकल हाइकर है। तो कहने का मतलब है जब 19 ईयर ऑफ एज में वो बच्चा इतनी प्रोग्रेस कर सकता है तो बाकी बच्चे क्यों नहीं। ये बाकी बच्चों के लिए एक सॉर्ट ऑफ एनकरेजमेंट है, उनके लिए एक हम कहते हैं सेध है, उनके लिए एक रास्ता है जिसके ऊपर चलकर, जिसके ऊपर वो गामजन होकर वो अपनी ज़िंदगी आगे अच्छी बिता सकते हैं। सो बहुत वधिया गल कही सर ने कि जो भी मोटिव सीगा इस दा, सो एक स्टूडेंट का नाम जिहड़ा हर एक टीचर जिहदा भी सर मैं इंटरव्यू लिया, हर एक दी जुबान ते उस जिहड़ा एथिकल हैकर है उहदा ही नाम आ रहा कि सो सर तुहानू की लगदा कि अज वो इत्थों कुछ ना कुछ अचीवमेंट करके जाएगा? बेटा उसकी तो ऑलरेडी अचीवमेंट है। मैं तो ये कहता हूँ कि बाकी जो बच्चे पार्टिसिपेट करने आए हैं उनके लिए ये नहीं है कि उन्होंने आप यहाँ कॉम्पीट करके कौन सा प्राइज़ दिया कौन सा नहीं दिया, लेकिन एक स्टेज हमने बच्चों को दी है जिसके ऊपर आज वो अपने आइडियाज़ को लोगों के साथ शेयर करके और बाकी कॉलेज के बच्चों के साथ शेयर करके, तो कम से कम उन आइडिया के ऊपर काम करके वो अपनी ज़िंदगी बहुत अच्छी है वो बिता सकते हैं। और दूसरों के लिए भी एक मैं ये कहूँगा कि मैसेज दे सकते हैं कि अगर हम कर सकते हैं तो बाकी बच्चे क्यों नहीं कर सकते। और इसके साथ एक ख़ास तौर पर बात ये भी हमारे सामने आती है कि जितनी हम बच्चों को इन्वॉल्व रखेंगे इन चीज़ों में, बच्चे क्राइम कम करेंगे, नशे कम करेंगे और गलत आदतें उनको कम पड़ेंगे। तो ये भी एक गवर्नमेंट की तरफ से एक बहुत बड़ी कोशिश है। मैं पंजाब यूनिवर्सिटी के वाइस चांसलर और डीसी को भी इस बात के लिए बधाई देता हूँ कि उन्होंने इस तरीके के हमें मौका फराहम किए कि जिसके थ्रू हम बच्चों को एक अच्छा रास्ता दिखा सकें। सो सर थैंक यू सो मच टू पंजाब यूनिवर्सिटी चंडीगढ़ और गवर्नमेंट ऑफ इंडिया जिन्होंने प्रोग्राम अज अपने कॉलेज ਦੇ ਵਿੱਚ ਕਮਲਾ ਲੋਟੀਆ ਸਨਾਤਨ ਧਨ ਕਾਲਜ ਦੇ ਵਿੱਚ ਕਰਵਾਇਆ। तो मैं कॉलेज ਦੇ भी प्रिंसीपल्स मैनेजमेंट स्टाफ
ਸਾਰੇ ਸਟੂਡੈਂਟਸ ਨੂੰ ਵੀ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੂੰਗਾ ਕਿ ਆਪਣਾ ਕਾਲਜ ਇੱਕ ਪਹਿਲਾ ਕਾਲਜ ਚੁਣਿਆ ਗਿਆ ਜੋ ਕਿ ਇਹ ਪ੍ਰੋਗਰਾਮ ਕਰਾਉਣ ਲਈ ਮੇਰੇ ਅੱਗੇ ਆਇਆ ਕਿ ਫਸਟ ਆਫ ਆਲ ਸਾਡੇ ਕਾਲਜ ਦੇ ਵਿੱਚ ਪ੍ਰੋਗਰਾਮ ਹੋ ਰਿਹਾ। ਸੋ ਥੈਂਕ ਯੂ ਸੋ ਮਚ ਟੂ ਆਲ, ਤੇ ਵੀਡੀਓ ਦੇ ਨਾਲ ਬਨੇ ਰਹੋ, ਤੁਹਾਨੂੰ ਅੱਗੇ ਹੋਰ ਵੀ ਸਾਰੇ ਸਿਨੇਮੈਟਿਕਸ ਦਿਖਾਉਂਦੇ ਆ। ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸੋ ਹੈਲੋ ਗਾਇਜ਼, ਸਾਰੇ ਸਿਨੇਮੈਟਿਕਸ ਤੁਸੀਂ ਪਿੱਛੇ ਦੇਖ ਲਏ ਹੋਣੇ ਆ ਕਿ ਕਿੱਦਾਂ ਕੀ ਹੋਇਆ ਅੱਜ। ਬਹੁਤ ਇੰਜੋਇਮੈਂਟ, ਸਾਨੂੰ ਜ਼ਿਆਦਾ ਐਕਸਾਈਟਿਡ ਸੀ ਯਾਰ ਮੈਂ ਕਿ ਅਸੀਂ ਚਾਹੁੰਦੇ ਸੀ ਕਿ ਪ੍ਰਿੰਸੀਪਲ ਸਰ ਵੀ ਸਾਡੇ ਵਲੌਗ ਦੇ ਵਿੱਚ ਆਉਣ। ਸੋ ਥੈਂਕ ਯੂ ਸੋ ਮਚ ਪ੍ਰਿੰਸੀਪਲ ਸਰ ਕਿ ਤੁਸੀਂ ਵੀ ਸਾਡੇ ਵਲੌਗ ਦੇ ਵਿੱਚ ਆਏ ਹੋ। ਸੋ ਸੈਕੰਡਲੀ ਮੈਂ ਥੈਂਕਫੁਲ ਕਰਨਾ ਚਾਹੂੰਗਾ ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ, ਦੈਨ ਗਵਰਨਮੈਂਟ ਆਫ ਇੰਡੀਆ ਨੂੰ, ਜਿਨ੍ਹਾਂ ਨੇ ਸਾਨੂੰ ਆਪਣੇ ਕਾਲਜ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਸਾਡਾ ਫਸਟ ਕਾਲਜ ਹੈ ਕਮਲਾ ਲੋਟੀਆ ਸਨਾਤਨ ਧਨ ਕਾਲਜ, ਜਿੱਥੇ ਇਹ ਪ੍ਰੋਗਰਾਮ ਕਰਾਉਣ ਦਾ ਮੌਕਾ ਦਿੱਤਾ ਹੈ। ਪਹਿਲੀ ਵਾਰ ਡਿਸਟ੍ਰਿਕਟ ਲੈਵਲ ਤੇ ਸਾਡੇ ਕਾਲਜ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ। ਸੋ ਦੈਟ ਸਾਰੇ ਤੁਸੀਂ ਵੀਡੀਓਜ਼ ਵਗੈਰਾ ਦੇਖ ਲਏ ਹੋਣੇ ਆ। ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ। ਬਾਕੀ ਨਵੇਂ ਵਲੌਗਸ ਆਉਂਦੇ ਰਹਿਣਗੇ, ਨਾਲ ਬਣੇ ਰਹੋ। ਠੀਕ ਹੈ ਦੋਸਤੋ, ਮਿਲਦੇ ਹਾਂ ਤੁਹਾਨੂੰ ਅਸੀਂ ਇੱਦਾਂ ਇੱਕ ਨਵੇਂ ਵਲੌਗ ਦੇ ਨਾਲ। ਜਿੱਦਾਂ ਭਾਜੀ ਨੇ ਕਿਹਾ ਕਿ ਪ੍ਰਿੰਸੀਪਲ ਸਰ ਆਏ, ਬਹੁਤ ਵਧੀਆ ਲੱਗਾ। ਸੋ ਦੋਸਤੋ, ਇੱਕ ਪ੍ਰਿੰਸੀਪਲ ਜੀ ਦੇ ਨਾਮ ਤੇ ਇੱਕ ਲਾਈਕ ਜ਼ਰੂਰ ਕਰ ਦਿਓ, ਠੀਕ ਹੈ, ਪਲੀਜ਼ ਜ਼ਰੂਰ ਕਰਿਓ। ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਔਨ ਕਰ ਲਿਓ ਯਾਰ, ਕਿ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ। ਸਾਡੇ ਦੋਨੋਂ ਦਾ ਇੰਸਟਾਗ੍ਰਾਮ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਜਿਹੜੇ ਪਿਛਲੇ ਵਲੌਗ ਹੈਗੇ ਨੇ ਕਾਲਜਿਸ ਦੇ, ਉਹ ਇੱਧਰ ਆਈ ਬਟਨ ਆਊਗਾ, ਉੱਥੇ ਤੁਹਾਨੂੰ ਮਿਲ ਜਾਣਗੇ। ਐਟ ਦਾ ਐਂਡ ਵਲੌਗ ਨੂੰ ਖਤਮ ਕਰਦੇ ਬਸ ਇਹ ਕਹੂੰਗਾ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਵਾਓ, ਸ਼ੇਅਰ ਕਰਵਾਓ, ਸਬਸਕ੍ਰਾਈਬ ਕਰਵਾਓ। ਨਹੀਂ ਕਰਦੇ ਫੋਨ ਫੜ ਕੇ ਇਹਨਾਂ ਦੇ ਹੱਥੋਂ ਕਰਾ ਦਿਓ, ਠੀਕ ਹੈ। ਸੋ ਦੋਸਤੋ, ਬਾਏ ਬਾਏ, ਟੇਕ ਕੇਅਰ ਐਂਡ ਗੁੱਡ ਬਾਏ।